कि जे एक मैडिकल स्टोर ते कॉन्डम लैन गया बंदा तो उत्थे 15 जाने दवाई लै रहे हैं तो बंदा लाइन के पिछे खड़ा है। जदों सारे बंदे हटणगे तो वह कॉन्डम जाके कहंदा साडे अंदर काम वासना कुट-कुट के भरी तो हैगी है, पर वो काम वासना कित्थे यूज़ करनी है ਉਹਦੇ ਤੋਂ ਅਸੀਂ ਕਿਤੇ ਨਾ ਕਿਤੇ ਪਛੜ ਗਏ ਸੀ। 2 दिन ਪਹਿਲਾਂ ਕਹਿ ਦਿੰਦੇ ਨੇ ਕਿ ਗੋਲੀ ਖਾ ਲਓ। ਅਸੀਂ ਟਾਈਮਿੰਗ ਵਧਾ ਕੇ ਕੋਈ ਇੱਥੇ ਗਧਾ ਜਿੱਤਣਾ, ਅਸੀਂ ਟਾਈਮਿੰਗ ਵਧਾ ਕੇ ਕੋਈ ਸ਼ੀਲਡ ਲੈਣੀ ਹੈ। ਕਿੰਨੀ ਟਾਈਮਿੰਗ ਦੇ ਨਾਲ ਤੁਸੀਂ ਸੰਤੁਸ਼ਟ ਸੈਕਸ ਕਰ ਸਕਦੇ ਹੋ, ਕਿੰਨੀ ਟਾਈਮਿੰਗ ਦੇ ਨਾਲ ਤੁਸੀਂ ਆਪਣੇ ਪਾਰਟਨਰ ਨੂੰ ਸੰਤੁਸ਼ਟ ਕਰ ਸਕਦੇ ਹੋ। 90% ਸਾਡੀਆਂ ਧੀਆਂ ਭੈਣਾਂ ਨੂੰ ਬਿਮਾਰੀਆਂ ਕਾਹਦੇ ਨਾਲ ਲੱਗ ਰਹੀਆਂ ਨੇ, ਜਿਹਦੇ ਨਾਲ ਉਹ ਅਨਕੰਫਰਟੇਬਲ ਸੈਕਸ ਕਰ ਰਹੇ। ਅੱਜ ਸਾਡੀ ਫੇਸਬੁੱਕ, WhatsApp, एंड्रॉयड फोन इन्हें नॉलेज इन्नी क बढ़ाती कि अज 10 साल का बच्चा सैक्स दी पॉर्न मूवियां देख रहेगा तो ग्रस्त करने के लायक हैगा। पर साडे तो हाल है भी जो बापू जी घरे बढ़ जान तो मुंडे के साह सुक जाते, तो जिद्दे धीआं भैणां समान चक के ले जांदियां ने, जिद्दे उत्ते कलंक लगता भी नमर्द सीगा। वरदान कहते हैं टेस्ट ट्यूब बेबी ते वरदान है, तो टीका लाने डेयरी च दुध जाऊगा, पर 4 किलो दुध असीं भी घरे रख लैंदे आ ਤੇ ਉਹ ਦੁੱਧ ਤੱਤਾ ਕਰ ਕਰਕੇ ਅਸੀਂ ਆਪਣੇ ਨਿਆਣਿਆਂ ਨੂੰ ਪੀਈ ਜਾਂਦੇ। ਸਾਨੂੰ ਕਿਹਨੇ ਮੱਤ ਦੇਤੀ ਕਿ ਕੱਲ ਕੱਦੂ ਐਡਾ ਸੀਗਾ, ਰਾਤ ਨੂੰ ਟੀਕਾ ਲਾਓ ਤੇ 1.5 ਕਿਲੋ ਦਾ ਬਣ ਜਾਂਦਾ। ਇੱਧਰਲੇ ਡੀ ਤੋਂ ਲਿਆਉਂਦੇ ਤੇ ਇੱਧਰਲੇ ਡਾਕਟਰਾਂ ਨੂੰ ਦੇਈ ਜਾਂਦੇ ਆ। 70-80% ਲੋਕ ਇਸੇ ਕੰਮ 'ਚ ਉਲਝੇ ਹੋਏ। ਨਮਰਦੀ ਆਵੇ ਨਾ ਜਾਂ ਸਾਨੂੰ ਟੈਸਟ ਟਿਊਬ ਬੇਬੀ ਵਾਲਿਆਂ ਪਾਸੇ ਨੂੰ ਜਾਣ ਦੀ ਜ਼ਰੂਰਤ ਹੀ ਨਾ ਪਵੇ, ਸਾਨੂੰ ਗੋਲੀਆਂ ਖਾਣ ਦੀ ਜ਼ਰੂਰਤ ਹੀ ਨਾ ਪਵੇ। ਕੁਦਰਤੀ ਬਹੁਤ ਸਾਰੀਆਂ ਚੀਜ਼ਾਂ ਨੇ, सफ़ैद मूसली है, सालम पंजा है, सालम मिश्री है। सत श्री अकाल जी, हकीकत टीवी पंजाबी देख रहे साढ़े सारे दर्शकों का स्वागत। एक बार फिर मैं हाज़र हाँ कासिफ फारूकी। पिछली बार असी तुहानू वैद चमकौर जिहड़े कि जगदीप सिंह के नाँ ते पूरी दुनिया दे विच जाने जाते हैं उन्हां दी एक गलबात सुनाई सी। वो गलबात काफ़ी मकबूल हुई है। उस तो बाद बहुत सारे सवाल जिहड़े साडे कोल आए ने, ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦਾ ਜਵਾਬ ਲੈਣ ਦੀ। ਅਸੀਂ ਇੱਕ ਵਾਰ ਫੇਰ ਪਹੁੰਚੇ ਹਾਂ ਵੈਦ ਚਮਕੌਰ ਔਰ ਜਗਦੀਪ ਸਿੰਘ ਜਿਨ੍ਹਾਂ ਦੇ ਨਾਂ ਤੇ ਜਾਣੇ ਜਾਂਦੇ ਨੇ। ਵੈਦ ਜੀ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਜੀ। ਧੰਨਵਾਦ ਜੀ ਫਾਰੂਕੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਪਿਛਲੀ ਤੁਹਾਡੀ ਇੰਟਰਵਿਊ ਅਸੀਂ ਦਿਖਾਈ ਸੀ, ਲੋਕਾਂ ਨੇ ਬਹੁਤ ਮਕਬੂਲ ਕੀਤੀ ਹੈ। ਔਰ ਜਗਦੀਪ ਜੀ ਇਸ ਵਾਰ ਲੋਕਾਂ ਦੇ ਸਵਾਲ ਉਸ ਇੰਟਰਵਿਊ ਦੇ ਬਾਬਤ ਆਏ ਨੇ, ਉਹਦੇ ਵਿੱਚ ਲੋਕਾਂ ਨੇ ਟੈਸਟ ਟਿਊਬ ਬੇਬੀ ਬਾਰੇ ਬੜੇ ਸਵਾਲ ਕੀਤੇ ਨੇ ਕਿ ਇਹ ਸਾਨੂੰ ਸਮਝਾਓ ਇਹ ਕਿ ਵਰਤਾਰਾ ਕੀ ਹੈ ਔਰ ਇਹ ਕਿਉਂ ਸ਼ੁਰੂ ਹੋਇਆ ਪੰਜਾਬ ਦੇ ਵਿੱਚ। ਟੈਸਟ ਬੇਸਿਕਲੀ ਸਾਨੂੰ ਇਹ ਦੱਸੋ ਕਿ ਟੈਸਟ ਟਿਊਬ ਬੇਬੀ ਹੁੰਦੇ ਕੀ ਨੇ। ਦੇਖੋ ਫਾਰੂਕੀ ਸਾਹਿਬ, ਜਿਹੜਾ ਟੈਸਟ ਟਿਊਬ ਬੇਬੀ ਸੈਂਟਰ ਦੇ ਵਿੱਚ ਕੋਈ ਵੀ ਬੰਦਾ ਜਾਂ ਆਪਣੀ ਵਾਈਫ ਨੂੰ ਲੈ ਕੇ ਜਾ ਰਿਹਾ ਜਾਂ ਬੰਦੇ ਨੂੰ ਜਾਣ ਦੀ ਲੋੜ ਪੈ ਰਹੀ ਹੈ, ਪਹਿਲੀ ਗੱਲ ਤਾਂ ਪ੍ਰਮਾਤਮਾ ਕਿਰਪਾ ਕਰੇ ਕਿ ਜਿੰਨੇ ਬੰਦੇ ਟੈਸਟ ਟਿਊਬ ਬੇਬੀ ਸੈਂਟਰ ਚਲਾ ਰਹੇ ਹੈ ਉਹ ਵੀ ਲੋਕਾਂ ਨੂੰ ਗਾਈਡ ਕਰ ਰਹੇ ਹੈ ਕਿ ਤੁਹਾਡੇ ਜਿਹੜੇ ਸਿਮਨ ਐਗਜ਼ਾਮੀਨੇਸ਼ਨਸ ਦੀਆਂ ਰਿਪੋਰਟਸ ਨੇ ਉਹ ਨਾ ਠੀਕ ਹੋਣ ਕਰਕੇ ਤੁਹਾਨੂੰ ਵੀਰਜ ਕਹਿ ਦਿੰਦੇ ਆ ਤਾਂ ਸਾਡੀ ਲੋੜ ਪੈਂਦੀ ਹੈ। ਜੇ ਆਪਾਂ ਇਹਦੀ ਪਿਛੋਕੜ 'ਚ ਜਾ ਕੇ ਦੇਖੀਏ ਤਾਂ ਟੈਸਟ ਟਿਊਬ ਬੇਬੀ ਸੈਂਟਰ ਅੱਜ ਪੰਜਾਬ ਦੇ ਵੱਡੇ ਸ਼ਹਿਰਾਂ ਤੋਂ ਇਲਾਵਾ ਛੋਟੇ ਛੋਟੇ ਕਸਬਿਆਂ 'ਚ ਵੀ ਖੁੱਲ੍ਹ ਗਏ। ਲੋਕਾਂ ਨੂੰ ਵੀ ਸਵਾਲ ਮੈਂ ਇਹੀ ਕਰਦਾ ਹੁੰਦਾ ਵੀ ਸੌਦਾ ਉਹੀ ਵਿਕਣਾ ਗਾ ਜਿਹੜੇ ਸੌਦੇ ਦੇ ਗਾਹਕ ਬਹੁਤੇ ਹੋਣ ਜੀ। ਜਿਹੜੀ ਚੀਜ਼ ਦਾ ਗਾਹਕ ਕੋਈ ਨਹੀਂ ਉਹ ਨਹੀਂ ਵਿਕਦੀ। ਦੀਵਾਲੀ ਦੇ ਟਾਈਮ ਦੇ ਵਿੱਚ ਲੜੀਆਂ ਤੇ ਪਟਾਕੇ ਬਹੁਤ ਵਿਕਦੇ ਆ, ਹੋਲੀ ਵੇਲੇ ਰੰਗ ਬੜੇ ਵਿਕਦੇ ਆ। ਹੁਣ ਹੋਲੀ ਵੇਲੇ ਕੋਈ ਕਹੇ ਵੀ ਲੈ ਲਾ ਤੂੰ ਮੇਰੇ ਤੋਂ ਪਟਾਕੇ, ਤੇ ਕਿਸੇ ਨੇ ਨਹੀਂ ਲੈਣੇ ਜੀ। ਇਸ ਲਈ ਹਰ ਚੀਜ਼ ਦਾ ਇੱਕ ਸਿਸਟਮ ਹੈ। ਅਸੀਂ ਪੰਜਾਬ ਦੇ ਬੱਚਿਆਂ ਨੂੰ ਮਰਦਾਨਾ ਤਾਕਤ ਦਾ ਬਲ ਜਿਹੜਾ ਦੇਣਾ ਸੀਗਾ ਉਹਦੇ ਵਿੱਚ ਮਾਂ-ਬਾਪ ਦਾ ਬੜਾ ਵੱਡਾ ਰੋਲ ਹੈ। ਦੂਸਰੀ ਗੱਲ ਹੈ ਕਿ ਸਾਡੇ ਕੋਲੇ ਗਿਆਨ ਘਟ ਗਿਆ ਪਰ ਅਸੀਂ ਗਿਆਨੀ ਹੋਣ ਦਾ ਸਰਟੀਫਿਕੇਟ ਲਈ ਫਿਰਦੇ ਹਾਂ। ਮੈਨੂੰ ਜਿਹੜੀ ਗੱਲ ਦਾ ਗਿਆਨ ਨਹੀਂ ਹੈਗਾ, ਮੈਨੂੰ ਚਾਹੀਦਾ ਕਿ ਮੈਂ ਉਹ ਕਿਸੇ ਤੋਂ ਪੜ੍ਹ ਲਾਂ। ਟੈਸਟ ਟਿਊਬ ਬੇਬੀ ਸੈਂਟਰ ਜਿਹੜੇ ਸਿੱਧੇ ਸ਼ਬਦਾਂ 'ਚ ਜੇ ਗੱਲ ਕਰੀਏ ਤਾਂ ਸਾਡੇ ਮੱਥੇ ਦੇ ਉੱਤੇ ਬਹੁਤ ਵੱਡਾ ਕਲੰਕ ਹੈ, ਪਰ ਬਹੁਤ ਲੋਕਾਂ ਨੂੰ ਆਸ ਦੀ ਕਿਰਨ ਬਣ ਕੇ ਟੈਸਟ ਟਿਊਬ ਬੇਬੀ ਬਾਹਰ ਆਏ ਆ। ਉਹਦੇ ਵਰਦਾਨ ਕਹਿੰਦੇ ਨੇ ਟੈਸਟ ਟਿਊਬ ਬੇਬੀ ਵਾਲੇ ਤੇ ਵਰਦਾਨ ਹੈ ਸਾਇੰਸ ਦਾ। ਉਹਦੇ ਕੋਈ ਰੀਜ਼ਨ ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ। ਮੱਝ ਦਿੰਦੀ ਸੀ 4 ਕਿਲੋ ਦੁੱਧ, ਪਰ ਸਾਨੂੰ ਅਕਲ ਦੇਣ ਵਾਲਾ ਕੌਣ ਮਿਲਿਆ ਜਿਹਨੇ ਕਿ ਵੀ ਮੱਝ ਦੇ ਟੀਕਾ ਲਾ ਦੇ ਤੇ 7 ਕਿਲੋ ਦੁੱਧ ਦੇਣ ਲੱਗ ਜੂ। ਇਹ ਅਕਲ ਸਾਨੂੰ ਕਿਹਨੇ ਦਿੱਤੀ ਹੈ? ਇਹ ਕਰਨਾਟਕਾ ਤੋਂ ਆਈ ਹੈ, ਕੇਰਲਾ ਤੋਂ ਆਈ ਹੈ,
ਜਾਂ ਕਿਸੇ ਸਰਕਾਰੀ ਮਿਨਿਸਟਰ ਸਾਹਿਬ ਨੇ ਦਿੱਤੀ ਹੈ। ਬਹੁਤ ਬੰਦਿਆਂ ਨੇ ਸਵਾਲ ਤੁਹਾਡੀ ਇੰਟਰਵਿਊ ਤੋਂ ਬਾਅਦ ਕੀਤੇ ਵੀ ਸਰਕਾਰਾਂ ਦੇ ਐਂਟੀ ਬਹੁਤ ਘੱਟ ਬੋਲਦੇ ਹੋ ਤੁਸੀਂ। ਕੈਪਟਨ ਅਮਰਿੰਦਰ ਸਿੰਘ ਵੀ ਦੁੱਧ ਪੀਂਦੇ ਹੋਣਗੇ ਜੀ। ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਮੈਂ ਇਸ ਕਰਕੇ ਵੀ ਬਹੁਤ ਜ਼ਿਆਦਾ ਸਤਿਕਾਰ ਕਰਦਾ ਕਿ ਸਾਡੇ ਵਾਸਤੇ ਬਹੁਤ ਵੱਡਾ ਧੁਰਾ ਨੇ ਉਹ। ਅੱਜ 80-85 ਸਾਲ ਦੀ ਉਮਰ ਦੇ ਵਿੱਚ ਤੇ ਪੰਜਾਬ ਦੇ ਘਰ ਘਰ ਜਾ ਕੇ ਸੰਗਤ ਦਰਸ਼ਨ ਕਰਨੇ, ਤੇ 40 ਸਾਲ ਦਾ ਬੰਦਾ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਜੀ। ਇਹਦਾ ਮਤਲਬ ਕਿਤੇ ਨਾ ਕਿਤੇ ਉਹਨਾਂ ਨੇ ਆਪਣੀ ਇਮਿਊਨਿਟੀ ਨੂੰ ਸੰਭਾਲਿਆ। ਦੂਸਰੇ ਨੰਬਰ ਤੇ ਸਾਡਾ ਆਚਾਰ ਆਹਾਰ ਤੇ ਵਿਵਹਾਰ ਬੜਾ ਸ਼ੁੱਧ ਹੋਣਾ ਚਾਹੀਦਾ ਹੈ। ਅਸੀਂ ਉਸੇ ਮੱਝ ਨੂੰ ਟੀਕਾ ਲਾਉਂਦੇ ਆ ਤੇ ਟੀਕਾ ਲਾਉਂਦੇ ਵੀ ਡੈਰੀ 'ਚ ਦੁੱਧ ਜਾਊਗਾ, ਪਰ 4 ਕਿਲੋ ਦੁੱਧ ਅਸੀਂ ਵੀ ਘਰੇ ਰੱਖ ਲੈਂਦੇ ਆ ਤੇ ਉਹ ਦੁੱਧ ਤੱਤਾ ਕਰ ਕਰਕੇ ਅਸੀਂ ਆਪਣੇ ਨਿਆਣਿਆਂ ਨੂੰ ਪਿਆਈ ਜਾਂਦੇ ਆ। ਸਾਨੂੰ ਕਿਹਨੇ ਮੱਤ ਦੇਤੀ ਕਿ ਫਸਲ ਦੇ ਵਿੱਚ ਇੰਨਾ ਯੂਰੀਆ ਤੇ ਡਾਇਆ ਪਾਉਣਾਗਾ? ਪੰਜਾਬ ਦੇ ਵਿੱਚ ਕਹਾਵਤ ਕਿੱਥੋਂ ਆ ਗਈ ਵੀ ਕੱਲ ਕੱਦੂ ਐਡਾ ਸੀਗਾ, ਰਾਤ ਨੂੰ ਟੀਕਾ ਲਾਓ ਤੇ 1.5 ਕਿਲੋ ਦਾ ਬਣ ਜਾਂਦਾ? ਹਟਾਉਣਾ ਕਿਹਨੇ ਸੀਗਾ? ਸਾਨੂੰ ਕਿਹਨੇ ਮੱਤ ਦੇਤੀ ਕਿ ਅਸੀਂ ਉਸੇ ਕਣਕ ਨੂੰ ਖਾਣਾ ਹੈ ਜਿਹੜੀ ਡਾਇਆ ਤੇ ਯੂਰੀਆ ਨਾਲ ਪੈਦਾ ਕੀਤੀ ਹੈ? ਕਣਕ ਹੀ ਘੱਟ ਪੈਦਾ ਕਰ ਲਓ ਨਾ। ਜਿਹੜੀ ਚੀਜ਼ ਨੇ ਸਾਡਾ ਵਿਰਸਾ ਖਤਮ ਕਰਨਾ ਹੈ, ਜਾਗਣਾ ਤਾਂ ਅਸੀਂ ਉਸ ਪਾਸੇ ਨੂੰ ਸੀਗਾ ਜੀ। ਰਾਉਂਡ ਅਪ ਦਵਾਈ ਕੀੜੇ ਮਾਰ ਦਵਾਈਆਂ ਦੀ ਦੁਕਾਨ ਤੋਂ ਮਿਲਣੀ ਚਾਹੀਦੀ, ਤੇ ਪੂਰੇ ਹਿੰਦੁਸਤਾਨ 'ਚ ਕੀੜੇ ਮਾਰ ਦਵਾਈਆਂ ਤੋਂ ਵਿਕਦੀ ਹੈ। ਕੀੜੇ ਮਾਰ ਦੁਕਾਨਾਂ ਤੇ ਵਿਕਦੀ ਹੈ, ਤੇ 50% ਦੇਸ਼ ਦੇ ਇਹੋ ਜਿਹੀਆਂ ਸਟੇਟਾਂ ਨੇ ਜਿੱਥੇ ਰਾਉਂਡ ਅਪ ਦਵਾਈ ਵੈਨ ਹੈ, ਤੇ ਪੰਜਾਬ ਦੇ ਵਿੱਚ ਪਰਚੂਨ ਦੀ ਦੁਕਾਨ ਵਾਲਾ ਰਾਉਂਡ ਅਪ ਵੇਚੀ ਜਾਂਦਾ। ਕਿਉਂਕਿ ਜੱਟ ਦੇ ਪੁੱਤ ਨੇ ਘਾਹ ਨੂੰ ਕਹੀ ਨਾ ਖੋਤਣਾ ਬੰਦ ਕਰਤਾ। ਉਹ ਕਹਿੰਦੇ ਮਾਰ ਦੋ ਰਾਉਂਡ ਅਪ, ਸਾਰੇ ਘਾਹ ਮਕਾ ਦੂਗੀ। ਪਰ ਉਹ ਰਾਉਂਡ ਅਪ ਧਰਤੀ 'ਚ ਜਾ ਤਾਂ ਸਕਦੀ ਹੈ, ਬਾਹਰ ਨਿਕਲਣ ਵਾਸਤੇ ਬੜੇ ਯਤਨ ਕਰਨੇ ਪੈਣਗੇ। ਟੈਸਟ ਟਿਊਬ ਬੇਬੀ ਸੈਂਟਰ ਮਾਲਾ ਡੀ ਦੀ ਗੋਲੀ ਗਰਭਵਤੀ ਔਰਤਾਂ ਨੂੰ ਖਵਾਉਣੀ ਚਾਹੀਦੀ ਹੈ, ਪਰ ਕਿੰਨੇ ਦਿਨ ਖਵਾਉਣੀ ਹੈ? ਮਾਹਵਾਰੀ ਤੋਂ ਕਿੰਨੇ ਦਿਨ ਤੱਕ ਲੈਣੀ ਹੈ? ਮੈਂ ਇਹੋ ਜਿਹੇ ਵੀ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ ਇੱਕ ਵਾਰ ਮਾਲਾ ਡੀ ਦੀ ਗੋਲੀ ਸ਼ੁਰੂ ਕਰਤੀ ਤੇ ਲਾ ਉਮਰ ਮਾਲਾ ਡੀ ਦੀ ਗੋਲੀ ਖਾ ਰਹੇ ਲੈ ਜਾਣੀਆਂ। ਕਿਹਨਾਂ ਨੇ ਬੰਦ ਕਰਨੀ ਸੀ? ਹੁਣ ਤੇ ਉਸ ਗੋਲੀ ਦੀ ਵੀ ਜ਼ਰੂਰਤ ਨਹੀਂ ਪੈਂਦੀ। ਪਹਿਲਾਂ ਤਾਂ 21 ਦਿਨ ਖਾਣੀ ਪੈਂਦੀ ਸੀ, ਤੇ ਹੁਣ ਤੇ 2 ਦਿਨ ਪਹਿਲਾਂ ਕਹਿ ਦਿੰਦੇ ਨੇ ਕਿ ਗੋਲੀ ਖਾ ਲਓ ਤੇ ਉਹ ਜਿਹੜੇ 2 ਦਿਨ ਖਾਣ ਵਾਲੇ ਬੰਦੇ ਉਹ ਵਰਗ ਕਿੰਨਾ ਕਾ? ਉਹ ਸਾਡੀਆਂ ਅੱਜ ਧੀਆਂ ਭੈਣਾਂ ਬੱਚੀਆਂ ਕੁੜੀਆਂ ਸਾਡੀਆਂ ਪੜ੍ਹ ਗਈਆਂ, ਪਰ ਇਸ ਤੋਂ ਪਹਿਲਾਂ ਵਾਲੀਆਂ ਜਨਾਨੀਆਂ ਨੂੰ ਅਸੀਂ ਕੀ ਕੀਤਾ? ਉਹਨਾਂ ਦੀਆਂ ਲੱਗੀਆਂ ਬਿਮਾਰੀਆਂ ਤੋਂ ਅੱਜ ਪੰਜਾਬ ਖਹਿੜਾ ਨਹੀਂ ਛੜਾ ਪਾ ਰਿਹਾ। ਪੰਜਾਬ ਦੇ ਬੱਚੇ ਨਮਰਦ ਹੋਣ ਦਾ ਕਾਰਨ ਖਾ ਕੀ ਰਹੇ ਹਾਂ ਅਸੀਂ? ਜਿਨ੍ਹਾਂ ਬੰਦਿਆਂ ਨੇ ਦੇਸੀ ਘਿਓ ਖਾਧਾ, ਜਿਨ੍ਹਾਂ ਬੰਦਿਆਂ ਨੇ ਮੱਖਣ ਖਾਧਾ, ਜਿਨ੍ਹਾਂ ਬੰਦਿਆਂ ਨੇ ਚਾਟੀ ਦੀ ਲੱਸੀ ਪੀਤੀ, ਪੰਜਾਬ ਦੇ ਵਿੱਚ 0.1 ਇੱਕ ਔਸਤ ਪੂਰੀ ਨਹੀਂ ਸੀ ਬਣਦੀ ਜਿਨ੍ਹਾਂ ਦੇ ਬੱਚਾ ਨਹੀਂ ਸੀ ਪੈਦਾ ਹੁੰਦਾ। ਤੇ ਅੱਜ ਪੰਜਾਬ ਦੇ ਵਿੱਚ ਕਿੰਨੇ ਲੋਕ ਆ ਜਿਨ੍ਹਾਂ ਦੇ ਬੱਚਾ ਨਹੀਂ ਪੈਦਾ ਹੋ ਰਿਹਾ? ਸਾਨੂੰ ਕਿਹਾ ਕਿੰਨੇ ਵੈਸੇ ਡੈਰੀ 'ਚ ਦੁੱਧ ਪਾਉਣਾ? ਮੈਂ ਆਪਣੇ ਲਈ ਮੱਝ ਰੱਖਾਂ, ਘੱਟੋ ਘੱਟ ਮੈਂ ਦੁੱਧ ਨਾ ਵੀ ਵੇਚਾਂ ਤੇ ਓਨਾ ਕੁ ਦੁੱਧ ਤਾਂ ਪੈਦਾ ਕਰ ਲਾਂ ਜਿਹਦੇ ਨਾਲ ਮੈਂ ਆਪਣੇ ਆਪ ਨੂੰ ਠੀਕ ਕਰ ਲਾਂ ਤੇ ਡਾਕਟਰ ਦੇ ਮੈਨੂੰ ਜਾਣ ਦੀ ਨਾ ਲੋੜ ਪਵੇ ਜੀ। ਔਰ ਦੂਸਰੀ ਗੱਲ ਮੈਂ ਇੱਕ ਵਿਸ਼ੇਸ਼ ਤੌਰ ਤੇ ਲੋਕਾਂ ਨੂੰ ਕਹਿਣੀ ਚਾਹੁੰਦਾ ਕਿ 2 ਤਰ੍ਹਾਂ ਦੇ ਡੀ ਨੇ, ਹੁਣ ਤਾਂ 3 ਤਰ੍ਹਾਂ ਦੇ ਵੀ ਜੋੜ ਲਏ ਮੈਂ, ਇਹ ਸਾਰੀ ਮੇਰੀ ਆਪਣੀ ਉਪਜ ਹੈ ਜੀ। 3 ਤਰ੍ਹਾਂ ਦੀ ਡੀ ਆ, ਡੀ ਤੋਂ ਡਾਕਟਰ ਤੇ ਡੀ ਤੋਂ ਡੈਰੀ ਤੇ ਡੀ ਤੋਂ ਦਸਵੰਧ। ਹੁਣ ਮਰਜ਼ੀ ਤੁਹਾਡੀ ਹੈ ਵੀ ਕਿੱਧਰਲੇ ਪਾਸੇ ਡੀ ਵਾਲੇ ਪਾਸੇ ਤੁਸੀਂ ਤੁਰਨਾ ਹੈ। ਅਸੀਂ ਡੈਰੀਆਂ 'ਚ ਦੁੱਧ ਪਾਓ, ਜੇ ਤੁਹਾਨੂੰ ਪਾਉਣ ਦਾ ਸ਼ੌਂਕ ਆ 50 ਮੱਝਾਂ ਰੱਖ ਲਓ, ਪਰ ਘੱਟੋ ਘੱਟ ਉਹ ਦੁੱਧ ਵੀ ਤਾਂ ਕਿਸੇ ਦੇ ਬੱਚਿਆਂ ਨੇ ਪੀਣਾ ਗਾ ਨਾ, ਉਹ ਸਬਜ਼ੀ ਕਿਸੇ ਦੇ ਬੱਚਿਆਂ ਨੇ ਖਾਣੀ ਹੈ ਨਾ। ਅਸੀਂ ਲਾਲਚ ਬਸ ਇੱਥੇ ਤੱਕ ਚਲੇ ਗਏ ਹਾਂ ਕਿ ਸਾਨੂੰ ਹੁਣ ਉਹ ਲਾਲਚ ਨੇ ਇੱਥੇ ਤੱਕ ਗਿਰਾਤਾ। ਅਸੀਂ ਇੱਕ ਪਾਸਿਓਂ ਪੈਸੇ ਇਕੱਠੇ ਕਰੀ ਜਾਂਦੇ ਹਾਂ ਤੇ ਦੂਸਰੇ ਪਾਸੇ ਇੱਧਰਲੇ ਡੀ ਤੋਂ ਲਿਆਉਂਦੇ ਹਾਂ ਤੇ ਇੱਧਰਲੇ ਡਾਕਟਰਾਂ ਨੂੰ ਦੇਈ ਜਾਂਦੇ ਹਾਂ। 70-80% ਲੋਕ ਇਸੇ ਕੰਮ 'ਚ ਉਲਝੇ ਹੋਏ ਆ ਜੀ। ਟੈਸਟ ਟਿਊਬ ਬੇਬੀ ਸੈਂਟਰ 'ਚ ਜਾਣ ਦੀ ਇੱਕ ਵੱਡੀ ਲੋੜ ਇਸ ਕਰਕੇ ਵੀ ਹੈ ਕਿ ਇਨਫਰਟੀਲਿਟੀ ਜਿਹੜੀ ਹੈ ਉਹ ਸਾਡੇ ਬੱਚਿਆਂ ਦੇ ਦਿਮਾਗ ਦੇ ਵਿੱਚ ਹਾਵੀ ਹੋ ਰਹੀ ਹੈ। 30-30 ਸਾਲ ਤੱਕ ਸਾਡੇ ਬਜ਼ੁਰਗਾਂ ਨੂੰ ਸੈਕਸ ਕੀ ਹੁੰਦਾ ਨਾਮ ਨਹੀਂ ਸੀ ਪਤਾ ਜੀ। ਇਕੱਠੇ ਧੀਆਂ ਭੈਣਾਂ ਕੁੜੀਆਂ ਮੁੰਡੇ ਇਕੱਠੇ ਪੜ੍ਹੇ ਆ, +2 ਤੱਕ ਮੇਰਾ ਖਿਆਲ ਕੋਈ ਸਹੇਲੀ ਬਣਾਉਣ ਦਾ ਉਹ ਪੱਤਰ ਪੁੱਤਰ ਜਾਂ ਚਿੱਠੀ ਦੇਣ ਵਾਲੀ ਜਿਹੜੀ ਗੱਲ ਹੁੰਦੀ ਸੀ, ਉਹ ਵੀ ਪਿੰਡ 'ਚੋਂ ਇੱਕ ਅੱਧਾ ਬੰਦਾ ਜਿਹੜਾ ਬਹੁਤਾ ਚੁਸਤ ਚਲਾਕ ਹੁੰਦਾ ਤੇ ਉਦੋਂ ਗੱਲ ਸੀਗੀ ਉਹ।
ਅੱਜ ਸਾਡੀ ਫੇਸਬੁੱਕ, WhatsApp, ਐਂਡਰੋਇਡ ਫੋਨ, ਇਹਨੇ ਨੌਲੇਜ ਇੰਨੀ ਕੁ ਵਧਾਤੀ ਕਿ ਅੱਜ 10 ਸਾਲ ਦਾ ਬੱਚਾ ਸੈਕਸ ਦੀਆਂ ਪੋਰਨ ਮੂਵੀਆਂ ਦੇਖ ਰਿਹਾਗਾ। ਉਹ ਪਹਿਲੇ ਹੀ ਕਾਰਤੂਸ ਸਾਰੇ ਚੱਲ ਗਏ ਉਹਨੂੰ ਸੈਕਸ ਦੀ ਇੰਨੀ ਨੌਲੇਜ ਹੋ ਗਈ ਵੀ 20 ਸਾਲ ਦਾ ਨਿਆਣਾ ਦਾ PhD ਕਰਾ ਦੂ ਸੈਕਸ ਦੀ ਤੁਹਾਨੂੰ ਜੀ। ਕੀ ਤੁਸੀਂ ਸੋਚ ਸਕਦੇ ਹੋ ਕਿ ਟੈਸਟ ਟਿਊਬ ਬੇਬੀ ਦੇ ਨਾਲ ਗੇ ਬਣ ਰਹੇ ਨੇ ਬੱਚੇ, ਲਿਸਬਨ ਬਣ ਰਹੇ ਆ? ਉਹ 'ਚ ਕੌਣ ਦੋਸ਼ੀ ਹੈ? ਤੇ ਕਿਤੇ ਨਾ ਕਿਤੇ ਉਰੇ ਕਿਸੇ ਇੱਕ ਧਰਮ ਦੇ ਨਾਲ ਨਹੀਂ ਆਪਾਂ ਲੈ ਸਕਦੇ। ਐਜ਼ ਏ ਇਨਸਾਨੀਅਤ ਸਾਰੇ ਲੋਕ ਹੀ ਇਸ ਵਰਗ ਤੋਂ ਪਰੇਸ਼ਾਨ ਨੇ। ਸਟ੍ਰੈਸ ਬਹੁਤ ਹੈ, ਦਿਮਾਗੀ ਟੈਨਸ਼ਨ ਬਹੁਤ ਹੈ, ਐਕਟਿਵ ਮੋਰਟੈਲਿਟੀ ਘਟ ਰਹੀ ਹੈ, ਸਲੂਗਸ਼ ਘਟ ਰਿਹਾ ਹੈ। ਕਈ ਬੰਦਿਆਂ ਦੇ ਪਸ ਸੈੱਲ ਬਹੁਤ ਜ਼ਿਆਦਾ ਨੇ, ਕਈ ਬੰਦਿਆਂ ਦੇ ਡੈਡ ਸੈੱਲ ਬਹੁਤ ਜ਼ਿਆਦਾ ਨੇ। ਹੁਣ ਜਿਹਦੀ ਐਕਟਿਵ ਮੋਰਟੈਲਿਟੀ ਬਿਲਕੁਲ ਜ਼ੀਰੋ ਹੈ, ਨਿਲ ਸ਼ੁਕਰਾਣੂ ਨੇ, ਉਹ ਟੈਸਟ ਟਿਊਬ ਬੇਬੀ ਸੈਂਟਰ 'ਚ ਜਾਣਾ ਹੀ ਪੈਣਾ। ਪਰ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਸਾਡੀ ਜਿਹੜੀ ਖੁਰਾਕ ਦਾ ਸਥਿਰ ਹੈ। ਜਿਹੜੇ ਬਜ਼ੁਰਗ ਤੱਤਾ ਦੁੱਧ, ਲੀਟਰ ਦੁੱਧ, ਔਰ ਮੈਂ ਤਾਂ ਇੱਥੇ ਤੱਕ ਬਜ਼ੁਰਗਾਂ ਨੂੰ ਜਾਣਦਾ ਵੀ ਜਿਹੜੇ ਰੋਟੀ ਦੇ ਨਾਲ ਕੱਚਾ ਦੁੱਧ ਪੀਂਦੇ ਰਹੇ ਲੀਟਰ 2-2 ਲੀਟਰ ਜੀ, ਅੱਜ ਦਾ ਨਿਆਣਾ, ਉਹਨਾਂ ਨੇ ਖਾਧਾ ਦੇਸੀ ਘਿਓ, ਉਹਨਾਂ ਨੇ ਖਾਧੀ ਚੂਰੀ ਜੀ। ਅੱਜ ਦੀਆਂ ਮਾਵਾਂ ਨੂੰ ਤੁਸੀਂ ਦੇਖੋ ਵੀ ਜੇ 100 ਦੇ ਵਿੱਚੋਂ ਪਿੰਡ ਦੇ ਵਿੱਚ ਆਪਾਂ ਗੱਲ ਕਰੀਏ, ਦੇਸੀ ਘਿਓ ਦੀ ਚੂਰੀ ਕੁੱਟਣ ਵਾਲੀਆਂ ਕਿੰਨੀਆਂ ਕੁ ਮਾਵਾਂ ਹੋਣਗੀਆਂ? ਉਹ ਸਾਡੀ ਖੁਰਾਕ ਦਾ ਲੈਵਲ ਜਿੱਥੇ ਥੱਲੇ ਚਲਿਆ ਗਿਆ, ਉੱਥੇ ਅਸੀਂ ਪੀਜ਼ੇ, ਬਰਗਰ, ਕੁਰਕੁਰੇ ਤੇ ਲੇਜ਼ ਨੇ ਮਾਰ ਲਏ ਜੀ। ਜਿਹੜੀਆਂ ਚੀਜ਼ਾਂ ਅਸੀਂ ਖਾ ਰਹੇ ਹਾਂ, ਉਹ ਚੀਜ਼ ਦਾ ਇਫੈਕਟ ਸਾਡੀ ਜ਼ਿੰਦਗੀ ਤੇ ਕਿਤੇ ਨਾ ਕਿਤੇ ਹੋਣਾ ਵਾ ਜੀ। ਤੇ ਵੈਜੀ ਫਿਰ ਇਹ ਸਮੱਸਿਆ ਦਾ ਕੋਈ ਹੱਲ ਹੈ? ਤੁਸੀਂ ਆਯੁਰਵੈਦ ਦੇ ਵਿੱਚ ਤੁਹਾਡਾ ਬਹੁਤ ਲੰਮਾ ਤਜਰਬਾ ਹੈ ਕਿ ਜਿਹੜਾ ਨਮਰਦੀ ਆਵੇ ਨਾ, ਜਾਂ ਸਾਨੂੰ ਟੈਸਟ ਟਿਊਬ ਬੇਬੀ ਵਾਲਿਆਂ ਪਾਸੇ ਨੂੰ ਜਾਣ ਦੀ ਜ਼ਰੂਰਤ ਹੀ ਨਾ ਪਵੇ, ਸਾਨੂੰ ਗੋਲੀਆਂ ਖਾਣ ਦੀ ਜ਼ਰੂਰਤ ਹੀ ਨਾ ਪਵੇ। ਦੇਖੋ, ਸਭ ਤੋਂ ਪਹਿਲਾਂ ਤਾਂ ਸੈਕਸ ਦੀ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ। ਸੈਕਸ ਐਜੂਕੇਸ਼ਨ, ਜਿਹੜੀ ਸੈਕਸ ਐਜੂਕੇਸ਼ਨ ਜਦੋਂ ਤੱਕ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੇਵਾਂਗੇ, ਉਦੋਂ ਤੱਕ ਇਹ ਚੀਜ਼ ਸਾਡੇ ਲੋਕਾਂ ਚੋਂ ਬਾਹਰ ਨਹੀਂ ਆ ਸਕਦੀ ਜੀ। ਅੱਜ ਤੋਂ 25 ਸਾਲ 30 ਸਾਲ ਪਹਿਲਾਂ TV ਤੇ ਐਡ ਚੱਲਦੀ ਸੀ ਛਤਰੀ ਦੀ, ਪਰ ਉਹ ਕੌਂਡਮ ਦੀ ਐਡ ਸੀਗੀ। ਹਿੰਦੁਸਤਾਨ ਦੇ ਵਿੱਚ ਕੌਂਡਮ ਸਰਕਾਰੀ ਹਸਪੀਟਲਾਂ 'ਚ ਵੀ ਮਿਲ ਰਿਹਾ ਤੇ ਆਮ ਲੋਕ ਵੀ ਕੌਂਡਮ ਯੂਜ਼ ਕਰਦੇ ਆ ਜੀ। ਪਰ ਅਸੀਂ ਇੱਥੇ ਤੱਕ ਹਜੇ ਤੱਕ ਖੜੇ ਆ ਕਿ ਜੇ ਇੱਕ ਮੈਡੀਕਲ ਸਟੋਰ ਤੇ ਕੌਂਡਮ ਲੈਣ ਗਿਆ ਬੰਦਾ ਤੇ ਉੱਥੇ 15 ਜਾਣੇ ਦਵਾਈ ਲੈ ਰਹੇ ਆ ਤੇ ਬੰਦਾ ਲਾਈਨ ਦੇ ਪਿੱਛੇ ਖੜਾ ਗਾ। ਜਦੋਂ ਸਾਰੇ ਬੰਦੇ ਹਟਣਗੇ ਤਾਂ ਉਹ ਕੌਂਡਮ ਜਾ ਕੇ ਕਹਿੰਦਾ ਗਾ ਕਿ ਉਹ ਗੈਰ ਕਾਨੂੰਨੀ ਚੀਜ਼ ਖਰੀਦ ਰਿਹਾ ਗਾ। ਦੂਸਰੀ ਗੱਲ, ਜਿਹੜੀ ਸੈਕਸ ਐਜੂਕੇਸ਼ਨ ਹੈ, ਉਹ ਸਾਨੂੰ ਪ੍ਰੀਮੈਚੁਰ ਜੈਕੂਰੈਂਸੀ ਵਾਲੇ ਪਾਸੇ ਲੈ ਜਾਂਦੀ ਹੈ। ਅਸੀਂ ਜਲਦੀ ਉਤੇਜਨਾ ਵਧਾਉਂਦੇ ਹਾਂ ਆਪਣੀ। ਸਾਡੇ ਅੰਦਰ ਕਾਮ ਵਾਸ਼ਨਾ ਕੁੱਟ-ਕੁੱਟ ਕੇ ਭਰੀ ਤਾਂ ਹੈਗੀ ਆ, ਪਰ ਉਹ ਕਾਮ ਵਾਸ਼ਨਾ ਕਿੱਥੇ ਯੂਜ਼ ਕਰਨੀ ਹੈ, ਉਹਦੇ ਤੋਂ ਅਸੀਂ ਕਿਤੇ ਨਾ ਕਿਤੇ ਪਛੜ ਗਏ ਜੀ। ਨੰਬਰ ਤੀਸਰਾ ਕਿ ਸਾਡਾ ਜਿਹੜੀਆਂ ਚੀਜ਼ਾਂ ਅਸੀਂ ਦੇਖਦੇ ਹਾਂ, ਸਾਡੇ ਦਿਮਾਗ ਦੇ ਡੋਪਾਮਾਈਨ ਸੈੱਲ ਹੁੰਦੇ ਆ ਜਿਹੜੇ, ਉਹ ਉਹਦੇ ਵਿੱਚੋਂ ਇੱਕ ਤਾਰ ਦਿੰਦੇ। ਜਿਵੇਂ ਮੇਰੀ ਤਾਂ ਆਪਣੀ ਸੋਚ ਇਹ ਕਹਿੰਦੀ ਹੈ, ਮੈਂ ਸਰੀਰ ਦੇ ਵਾਰੇ ਜਾਵਾਂ, ਪਰਮਾਤਮਾ ਦੇ ਜਿਹਨੇ ਸਰੀਰ ਬਣਾਇਆ, ਕਿ ਗ੍ਰਸਤ ਤਾਂ ਬੰਦਾ ਬਹੁਤ ਲਾਸਟ 'ਚ ਕਰਦਾ ਹੈ। ਉਹਦੀਆਂ ਅੱਖਾਂ ਪਹਿਲਾਂ ਹੀ ਗ੍ਰਸਤ ਕਰ ਲੈਂਦੀਆਂ ਨੇ। ਦੇਖ ਤਾਂ ਤੁਸੀਂ ਅੱਖਾਂ ਨਾਲ ਰਹੇ ਹੋ ਨਾ ਕਿਸੇ ਨੂੰ, ਪਰ ਉਹ ਕਿਵੇਂ ਜਾ ਕੇ ਕਿੱਥੇ ਇਫੈਕਟ ਕਰ ਰਹੇ ਹੋ ਸੈੱਲ, ਇਹਨੂੰ ਕੌਣ ਬੰਦਾ ਉੱਥੇ ਤੱਕ ਬਚਾ ਰਿਹਾ ਹੈਗਾ। ਇਹ ਚੀਜ਼ ਦੀ ਐਜੂਕੇਸ਼ਨ ਸਾਡੇ ਬੱਚਿਆਂ ਨੂੰ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਐਜੂਕੇਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਵੇਲੇ ਵਰਤਾਰਾ ਜਿਹੜਾ ਉਹ ਇਹ ਵੀ ਹੈ ਕਿ ਅਸੀਂ ਕੋਸ਼ਿਸ਼ ਇਹ ਕਰਦੇ ਰਹਿੰਦੇ ਹਮੇਸ਼ਾ ਕਿ ਸਾਨੂੰ ਸਭ ਕੁਝ ਆਸਾਨੀ ਨਾਲ ਮਿਲ ਜੇ। ਪੋਸੀਬਲ ਹੈ? ਕਦੇ ਵੀ ਨਹੀਂ ਹੋ ਸਕਦਾ। ਆਸਾਨੀ ਨਾਲ ਮਿਲੇ ਕਿਉਂ? ਜਿਹੜਾ ਬੰਦਾ ਇਹ ਗੱਲ ਸੋਚਦਾ ਕਿ ਸਭ ਚੀਜ਼ਾਂ ਮੈਨੂੰ ਆਸਾਨੀ ਨਾਲ ਮਿਲਣੀਆਂ ਚਾਹੀਦੀਆਂ, ਤਾਂ ਮੈਨੂੰ ਚਾਹੀਦਾ ਵੀ ਪ੍ਰਮਾਤਮਾ ਨੇ ਉਹਨੂੰ ਅਪਾਹਿਜ ਬਣਾ ਦੇਣਾ ਚਾਹੀਦਾ ਸੀਗਾ। ਸਾਨੂੰ ਹੱਥ ਦਿੱਤੇ ਆ ਕਿਰਤ ਕਰਨ ਵਾਸਤੇ, ਪੈਰ ਕੰਮ ਕਰਨ ਵਾਸਤੇ ਦਿੱਤੇ ਆ, ਔਰ ਦੁਨੀਆ ਦੇ ਵਿੱਚ ਤੁਸੀਂ ਕਿਸੇ ਇੱਕ ਬੰਦੇ ਦੀ ਮਿਸਾਲ ਦੱਸੋ ਜਿਹੜੇ ਬੰਦੇ ਨੇ ਬੜੀ ਆਸਾਨੀ ਨਾਲ ਚੀਜ਼ਾਂ ਲਈਆਂ। ਅੱਜ ਜਿਹੜੇ ਬੰਦਿਆਂ ਦੇ ਅਸੀਂ, ਚਾਹੇ ਉਹ ਫੇਸਬੁੱਕ ਦੇ ਮਾਲਕ ਦੀ ਗੱਲ ਕਰੀਏ, YouTube ਦੇ ਮਾਲਕ ਦੀ ਗੱਲ ਕਰੀਏ, ਹਿੰਦੁਸਤਾਨ ਦੇ ਵਿੱਚ ਅਡਾਨੀਆਂ ਦੀ, ਅੰਬਾਨੀਆਂ ਦੀ, ਹੋਰ ਬੜੇ ਘਰਾਨੇ ਨੇ ਜੀ। ਮੇਰੀ ਗੱਲ ਨੂੰ ਦੂਜੇ ਪਾਸੇ ਨਾ ਲੈ ਜਾਣ ਜੀ। ਤੁਸੀਂ ਗੁਰੂਆਂ ਦੀ ਗੱਲ ਕਰ ਲਓ, ਤੁਸੀਂ ਕਿਸੇ ਧਰਮ ਵਰਗ ਦੀ ਗੱਲ ਕਰ ਲਓ, ਕੀ ਉਹ ਇੰਨੀ ਆਸਾਨ ਜ਼ਿੰਦਗੀ 'ਚ ਰਹੇ ਨੇ ਜੀ? ਮੈਂ ਬਾਬੇ ਨਾਨਕ ਦਾ ਪਾਸ਼ਕ ਹਾਂ, ਤੇ ਬਾਬੇ ਨਾਨਕ ਨੇ ਤੱਤਾ ਕਰਕੇ ਆਪ ਖੇਤੀ ਕੀਤੀ ਹੈ। ਜਿਹੜਾ ਖੁਦ
ਦੁਨੀਆ ਦਾ ਮਾਲਕ ਸੀਗਾ, ਉਹਨੂੰ ਕੀ ਲੋੜ ਸੀ ਖੇਤੀ ਕਰਨ ਦੀ ਜੀ। ਤੇ ਫਿਰ ਜਗਦੀਪ ਜੀ ਇੱਕ ਵੱਡਾ ਸਵਾਲ ਇੱਥੇ ਇਹ ਵੀ ਪੈਦਾ ਹੁੰਦਾ ਹੈ ਕਿ ਔਲਾਦ ਨਾ ਹੋਣ ਦਾ ਕਾਰਨ ਕੀ ਹੈ? ਸਭ ਤੋਂ ਵੱਡਾ ਕਾਰਨ ਹੈ ਕਿ ਸਾਡੇ ਸਿਮਨ ਐਗਜ਼ਾਮੀਨੇਸ਼ਨਸ ਦੀਆਂ ਜਿਹੜੀਆਂ ਰਿਪੋਰਟਸ ਨੇ, ਸਭ ਤੋਂ ਪਹਿਲਾਂ ਤਾਂ ਉਹ ਇਫੈਕਟ ਕਰ ਗਈਆਂ। ਦੂਸਰੀ ਗੱਲ ਹੈ ਕਿ ਜਿਹੜਾ ਟੈਸਟ ਟਿਊਬ ਬੇਬੀ ਸੈਂਟਰ 'ਚ ਅਸੀਂ ਜਾ ਰਹੇ ਹਾਂ, ਅਸੀਂ ਲੈ ਕਿਹੜੀ ਦਵਾਈ ਰਹੇ ਹਾਂ? ਸੈਕਸ਼ੂਅਲ ਟਾਈਮਿੰਗ ਵਧਾਉਣ ਵਾਸਤੇ ਜਿੰਨੀਆਂ ਦਵਾਈਆਂ ਦੇਸ਼ ਦੇ ਵਿੱਚ ਵਿਕ ਰਹੀਆਂ ਨੇ, ਟਾਈਮਿੰਗ ਵਧਾਉਣੀ ਕਿੰਨੀ ਹੈ? ਕਿੰਨੀ ਟਾਈਮਿੰਗ ਹੋਣੀ ਚਾਹੀਦੀ ਹੈ? ਕਿੰਨੀ ਟਾਈਮਿੰਗ ਦੇ ਨਾਲ ਤੁਸੀਂ ਸੰਤੁਸ਼ਟ ਸੈਕਸ ਕਰ ਸਕਦੇ ਹੋ? ਕਿੰਨੀ ਟਾਈਮਿੰਗ ਦੇ ਨਾਲ ਤੁਸੀਂ ਆਪਣੇ ਪਾਰਟਨਰ ਨੂੰ ਸੰਤੁਸ਼ਟ ਕਰ ਸਕਦੇ ਹੋ? ਤੁਹਾਡੀ ਪੈਨਿਸ ਦਾ ਸਾਈਜ਼ ਕਿੰਨਾ ਚਾਹੀਦਾ ਹੈਗਾ? ਹੁਣ ਬੰਦੇ ਦਾ ਕੱਦ ਆ 6 ਫੁੱਟ, ਉਹਦੀ ਇੰਦਰੀ 2 ਫੁੱਟ ਦੀ ਕਿਵੇਂ ਹੋ ਜੂਗੀ? ਸਭ ਤੋਂ ਪਹਿਲਾਂ ਸਾਨੂੰ ਇਹ ਸਾਰੀ ਐਜੂਕੇਸ਼ਨ ਹੋਣੀ ਚਾਹੀਦੀ ਹੈ। ਔਰ ਦੂਸਰੀ, ਇਸ ਐਜੂਕੇਸ਼ਨ ਦੀ ਅਗਰ ਅਸੀਂ ਗੱਲ ਕਰੀਏ ਕਿ ਸਾਡੇ ਘਰ ਦੇ ਵਿੱਚੋਂ ਇਹ ਐਜੂਕੇਸ਼ਨ ਅਗਰ ਮਿਲਣ ਲੱਗ ਜੇ, ਤਾਂ ਵੀ ਸਾਡੇ ਬੱਚੇ ਆਉਣ ਵਾਲੀ ਟਾਈਮ ਦੇ ਵਿੱਚ ਸਾਡੇ ਬੱਚੇ ਇਸ ਬਿਮਾਰੀ ਤੋਂ ਬਚ ਸਕਣਗੇ। ਤੁਹਾਡੇ ਕੋਲ ਆਯੁਰਵੈਦਿਕ ਦੇ ਵਿੱਚ ਕੋਈ ਇਲਾਜ ਹੈ ਇਸ ਚੀਜ਼ ਦਾ, ਤਾਂ ਕਿ ਲੋਕ ਟੈਸਟ ਟਿਊਬ ਬੇਬੀ ਵੱਲ ਨੂੰ ਜਾਣ ਹੀ ਨਾ, ਕੁਦਰਤੀ ਤਰੀਕੇ ਨਾਲ? ਕੁਦਰਤ ਨੇ ਵੀ ਤਾਂ ਸਾਨੂੰ ਬਹੁਤ ਕੁਝ ਦਿੱਤਾ ਹੈ, ਅਗਰ ਸਾਨੂੰ ਕੋਈ ਪ੍ਰੋਬਲਮ ਹੈ। ਦੇਖੋ, ਜਿਹੜੀਆਂ ਆਯੁਰਵੈਦਿਕ ਦਵਾਈਆਂ ਨੇ, ਆਯੁਰਵੈਦਿਕ ਜੜੀ ਬੂਟੀਆਂ ਨੇ, ਉਹਨਾਂ ਤੋਂ ਅਸੀਂ ਬਹੁਤ ਦੂਰ ਜਾ ਚੁੱਕੇ ਹਾਂ। ਕਿਉਂਕਿ ਇੱਥੇ ਸਭ ਤੋਂ ਵੱਡਾ ਰੌਲਾ ਕੀ ਪੈ ਗਿਆ ਵੀ ਇੱਥੇ ਪਤਾ ਸਾਨੂੰ ਕੁਝ ਨਹੀਂ ਹੈਗਾ, ਪਰ ਤੁਸੀਂ ਕਿਸੇ ਵੀ ਬੰਦੇ ਨਾਲ ਕੋਈ ਗੱਲ ਕਰੋ ਤਾਂ ਉਹ ਕਹਿੰਦਾ ਯਾਰ ਮੈਨੂੰ ਸਭ ਕੁਝ ਪਤਾ। ਇਹ ਚੀਜ਼ ਦੇ ਇਫੈਕਟ ਨੇ ਸਾਡੇ ਵਿੱਚ ਇੱਕ ਨਵਾਂ ਸਾਈਡ ਇਫੈਕਟ ਲਿਆਤਾ। ਅੱਜ ਤੋਂ 20-25 ਸਾਲ ਪਹਿਲਾਂ ਕੋਈ ਰਿਸ਼ਤੇਦਾਰ ਘਰੇ ਆਉਂਦਾ ਸੀ ਨਾ, ਤੇ ਉਹ ਕਹਿੰਦੇ ਸੀ ਚੀਨੀ ਦੀ ਚਾਹ ਬਣਾ ਦਿਓ, ਤੇ ਆਮ ਲੋਕ ਗੁੜ ਦੀ ਚਾਹ ਪੀਂਦੇ ਸੀਗੇ। ਸਾਨੂੰ ਕਿਹਨੇ ਕਿਹਾ ਜੀ ਚੀਨੀ ਦੀ ਚਾਹ ਪੀਣ ਵਾਸਤੇ? ਅਸੀਂ ਸਰਟੀਫਿਕੇਟ ਚੱਕੀ ਫਿਰਦੇ ਆ ਕਿ ਮੈਂ ਬਹੁਤਾ ਸਿਆਣਾ। ਹੁਣ ਜੇ ਕੋਈ ਮੂਰਖ ਬੰਦਾ ਸਰਟੀਫਿਕੇਟ ਚੱਕੀ ਫਿਰੇ ਵੀ ਮੈਂ ਬਹੁਤਾ ਸਿਆਣਾ, ਤਾਂ ਉਹਨੂੰ ਆਪਾਂ ਕਹਿ ਕੀ ਸਕਦੇ ਆ? ਰੋਟੀ ਤੋਂ ਬਾਅਦ ਕਿੰਨੇ ਕੁ ਬੰਦੇ ਗੁੜ ਖਾਂਦੇ ਆ? ਆਯੁਰਵੇਦ ਦਾ ਸੂਤਰ ਕਹਿੰਦਾ ਵੀ ਪੱਦ, ਛਿੱਕ ਤੇ ਡਕਾਰ ਤਿੰਨੋਂ ਦੇਹ ਦਾ ਸ਼ਿੰਗਾਰ। ਤੇ ਜਿਹਨੂੰ ਇਹ ਤਿੰਨੋਂ ਨਹੀਂ ਆਉਂਦੇ ਉਹ ਬਿਮਾਰ ਹੀ ਬਿਮਾਰ। ਦੋ ਤਰ੍ਹਾਂ ਦਾ ਪਰਫਿਊਮ ਹੈ, ਇੱਕ ਤੁਸੀਂ ਕੱਪੜਿਆਂ ਤੇ ਆਪ ਲਾਉਂਦੇ ਹੋ, ਤੇ ਇੱਕ ਪਰਫਿਊਮ ਗੰਦਗੀ ਦਾ ਗਾ, ਜਿਹਦੇ ਕੋਲੇ ਤੁਸੀਂ ਨੱਕ ਲਪੇਟ ਕੇ ਜਾਂਦੇ ਹੋ। ਅੱਗੇ ਬਜ਼ੁਰਗਾਂ ਨੇ ਰੋਟੀ ਖਾਣੀ ਡਕਾਰ ਨਾ, ਤੇ ਜੇ ਉਹਨਾਂ ਨੇ ਡਕਾਰ ਮਾਰਨਾ, ਮੇਰਾ ਖਿਆਲ ਗੁਆਂਢੀਆਂ ਨੂੰ ਸੁਣਦਾ ਸੀਗਾ। ਤੇ ਅੱਜ ਜੇ ਕੋਈ ਡਕਾਰ ਮਾਰਦੇ ਤਾਂ ਉਹਨੇ ਗੁਆਂਢੀ ਨੂੰ ਕਹਿਣਾ ਸੌਰੀ। ਕਾਹਦੇ ਵਾਸਤੇ? ਛਿੱਕ ਮਾਰ ਤੇ ਵੀ ਸੌਰੀ ਕਹਿੰਦੇ। ਛਿੱਕ ਮਾਰ ਤੇ ਸੌਰੀ। ਤੇ ਪੱਦ ਵਾਲੀ ਤਾਂ ਗੱਲ ਹੀ ਕਹਿਣ ਦੀ ਦੂਰ ਦੀ ਹੈ। ਉਹ ਜੇ ਕਿਸੇ ਨੇ ਵੈਸੇ ਕਿਸੇ ਨੂੰ ਪੱਦ ਆ ਗਿਆ ਤੇ ਉਹ ਮੂੰਹ ਲਵੇਟ ਕੇ ਦੂਰ ਜਾਣ ਕੇ, ਤੇ ਲੋਕ ਹੱਸ ਕਮਲੇ ਹੁੰਦੇ ਆ। ਬਹੁਤੀਆਂ ਇੰਟਰਵਿਊਆਂ 'ਚ ਜਦੋਂ ਮੈਂ ਪੱਦ ਨੌ ਲੈਣਾ ਤਾਂ ਹੱਸਣੋਂ ਨਹੀਂ ਹਟਦੇ। ਮੈਂ ਕਿਹਾ ਇਹੋ ਜਿਹਾ ਮੈਂ ਕੀ ਕਹਿਤਾ? 90% ਬਿਮਾਰੀਆਂ ਟੱਟੀ ਨਾਲ ਜਿਹੜੀ ਬਣ ਰਹੀ ਗੰਦੀ ਗੈਸ ਹੈ ਉਹਨੇ ਲਿਆਂਦਾ। ਸਰਵਾਈਕਲ ਕਾਹਦੇ ਨਾਲ ਹੋ ਰਿਹਾ? ਮਾਈਗ੍ਰੇਨ ਕਾਹਦੇ ਨਾਲ ਹੋ ਰਿਹਾ? ਤੌਲੇ ਵਰਗੇ ਢਿੱਡ ਹੋਏ ਪਏ ਆ, ਟੱਟੀ ਸੁੱਕੀ ਜਾਂਦੀ ਹੈ। 68% ਲੋਕਾਂ ਨੂੰ ਕਬਜ਼ ਹੋਈ ਪਈ ਹੈ, 4-4 ਦਿਨ ਤੱਕ ਟੱਟੀ ਨਹੀਂ ਆਉਂਦੀ। ਤੇ ਫਿਰ ਗੈਸ ਹੋਰ ਕਿਤੇ ਗੁਆਂਢੀਆਂ ਦੇ ਥੋੜੀ ਬਣਨੀ ਹੈ। ਕੋਲਡ ਡਰਿੰਕ ਦੀ ਬੋਤਲ ਤੇ 60 ਰੁਪਏ 80 ਰੁਪਏ ਖਰਚ ਲੂਗਾ ਬੰਦਾ, ਪਰ 2 ਲੀਟਰ ਪਾਣੀ ਪੀਣ ਨੂੰ ਤਿਆਰ ਨਹੀਂਗਾ। ਇਹ ਆਪਣੇ ਆਪ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ, 3 ਚੀਜ਼ਾਂ ਦੇ ਉੱਤੇ ਇੱਕ ਵੱਖਰੀ ਜਿਹੜੀ ਮੁਲਾਕਾਤ ਹੋ ਸਕਦੀ ਹੈ। ਪਰ ਇੱਥੇ ਆਪਾਂ ਜਿਹੜੀ ਗੱਲ ਹੈ ਜਗਦੀਪ, ਜਿਹੜੀ ਟੈਸਟ ਟਿਊਬ ਬੇਬੀ ਆ, ਟੈਸਟ ਟਿਊਬ ਬੇਬੀ ਵਾਲੇ ਪਾਸੇ ਵੀ ਇਹ ਚੀਜ਼ ਇਫੈਕਟ ਕਰ ਰਹੀ ਹੈ। 3 ਚੀਜ਼ਾਂ, ਇਹ ਜਿਹੜੀ ਤੁਹਾਡੀ ਟੱਟੀ ਨਾਲ ਗੰਦੀ ਗੈਸ ਬਣ ਰਹੀ ਹੈ ਜੀ, ਉਹ ਵੀ ਤੁਹਾਨੂੰ ਕਿਤੇ ਨਾ ਕਿਤੇ ਇਫੈਕਟ ਕਰ ਰਹੀ ਹੈ, ਤੁਹਾਨੂੰ ਨਮਰਦ ਬਣਾ ਰਹੀ ਹੈ ਜੀ। ਚਿੜਚਿੜਾਪਨ ਕਾਹਦੇ ਨਾਲ ਆ ਰਿਹਾ ਹੈਗਾ? ਗੁੱਸਾ ਕਾਹਦੇ ਨਾਲ ਆ ਰਿਹਾ? ਸੈਕਸ ਐਜੂਕੇਸ਼ਨ ਇੱਕ ਉਹ ਐਜੂਕੇਸ਼ਨ ਹੈ ਜਿਹਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਕੰਮ ਨੂੰ ਰਿਲੀਫ ਕਰਦੇ ਹੋ। ਇੰਟਰਕੋਰਸ ਕਰਕੇ ਤੁਸੀਂ ਰਿਲੀਫ ਮਹਿਸੂਸ ਕਰਦੇ ਹੋ ਜੀ। ਪਰ ਜਦੋਂ ਤੁਸੀਂ ਇੰਟਰਕੋਰਸ ਦੀ 90% 90% ਤਿਆਰੀ ਕੀਤੀ ਹੋਵੇ, 99%, ਪਰ ਮਾੜਾ ਜਿਹਾ ਦਿਮਾਗ 'ਚ ਤਕਰਾਰ ਵਾਲੀ ਗੱਲ ਆ ਜੇ ਨਾ, ਤੇ ਸਭ ਕੁਝ ਖਤਮ ਹੋ ਜਾਂਦਾ ਵਾ। ਇਹਦਾ ਮਤਲਬ ਕਿੰਨਾ ਸੂਖਸ਼ਮ ਗੱਲ ਹੈ ਇਹ, ਕਿੰਨਾ ਸੈਂਸਿਟਿਵ ਪੁਆਇੰਟ ਹੈ ਇਹ। ਤੇ ਸਾਡੇ ਲੋਕ ਇਹਨੂੰ ਕਿੱਧਰ ਲਈ ਜਾਂਦੇ ਆ? ਜਿਹੜੇ ਬੰਦੇ ਨਸ਼ਾ ਕਰ ਰਹੇ ਉਹ ਕਹਿ ਕੀ ਰਹੇ ਆ? ਫੀਮ ਖਾ ਲਈ ਦੀ ਬਾਈ ਜੀ, ਸੈਕਸ ਦਾ ਟਾਈਮ ਬਹੁਤ ਲੱਗਦਾ। ਡੋਡੇ ਖਾ ਲਈ ਦੇ, ਸੈਕਸ ਦਾ ਟਾਈਮ ਬਹੁਤ ਲੱਗਦਾ। ਆਮ ਪ੍ਰਚਲਿਤ ਚੀਜ਼ ਹੈ। ਟਾਈਮਿੰਗ ਵਧਾਉਣੀ ਕਾਹਦੇ ਵਾਸਤੇ ਹੈ? ਅਸੀਂ ਟਾਈਮਿੰਗ ਵਧਾ ਕੇ ਕੋਈ ਇੱਥੇ ਗਧਾ ਜਿੱਤਣਾ? ਅਸੀਂ ਟਾਈਮਿੰਗ ਵਧਾ ਕੇ ਕੋਈ ਸ਼ੀਲਡ ਲੈਣੀ ਹੈ? ਜਦੋਂ ਤੱਕ ਅਸੀਂ ਇਸ ਗੱਲ ਨੂੰ ਓਪਨ ਮਾਈਂਡਡ ਲੋਕਾਂ ਨਾਲ ਗੱਲ ਨਹੀਂ ਕਰਾਂਗੇ, ਜਦੋਂ ਤੱਕ ਇਸ ਗੱਲ ਦੇ ਨਾਲ ਨਹੀਂ ਲਿਆਵਾਂਗੇ, ਔਰ ਇਹਦੇ ਨਾਲ ਇਕੱਲੇ ਬੰਦੇ ਨਮਰਦ ਨਹੀਂ ਹੋ ਰਹੇ, ਇਹਦੇ ਨਾਲ ਔਰਤਾਂ ਨੂੰ ਹਜ਼ਾਰਾਂ ਬਿਮਾਰੀਆਂ ਲੱਗ ਰਹੀਆਂ ਨੇ,
ਡ੍ਰੌਪਿੰਗ ਸਿਸਟਮ ਕਿੱਥੋਂ ਆ ਗਿਆ ਲੇਡੀਜ਼ ਦੇ ਅੰਦਰ, ਛਾਈਆਂ ਕਿੱਥੋਂ ਹੋ ਰਹੀਆਂ ਨੇ, ਲਕੋਰੀਆ ਕਿੱਥੋਂ ਹੋ ਰਿਹਾ ਗਾ, ਬੈਕ ਪੇਨ ਕਿੱਥੋਂ ਹੋ ਰਹੀ ਹੈ। 90% ਸਾਡੀਆਂ ਧੀਆਂ ਭੈਣਾਂ ਨੂੰ ਬਿਮਾਰੀਆਂ ਕਾਹਦੇ ਨਾਲ ਲੱਗ ਰਹੀਆਂ ਨੇ? ਉਸ ਨਸ਼ਾ ਕਰਨ ਵਾਲੇ ਵਿਅਕਤੀ ਦੇ ਕਰਕੇ, ਜਿਹਦੇ ਨਾਲ ਉਹ ਅਨਕੰਫਰਟੇਬਲ ਸੈਕਸ ਕਰ ਰਿਹਾ ਹੈਗਾ, ਜਿਹਦੇ ਨਾਲ ਵੀ ਅਸੀਂ ਟੈਸਟ ਟਿਊਬ ਬੇਬੀ ਸੈਂਟਰ ਵਾਲੇ ਪਾਸੇ ਨੂੰ ਜਾ ਰਹੇ ਹਾਂ। ਆਯੁਰਵੈਦਿਕ ਦੇ ਵਿੱਚ ਕੀ ਇਲਾਜ ਹੈ, ਕਿੰਨਾ ਟਾਈਮ ਲੱਗ ਜਾਂਦਾ? ਬਹੁਤ ਸਾਰੇ ਇਲਾਜ ਇਹੋ ਜਿਹੇ ਆ ਜਿਹੜੇ ਕੁਦਰਤੀ ਤੁਹਾਨੂੰ ਦਿੰਦੇ ਆ। ਅਲਸੀ ਦੀਆਂ ਪਿੰਨੀਆਂ ਬਣਾਉਣੋਂ ਅਸੀਂ ਹਟ ਗਏ, ਸੁੰਡ ਖਾਣੋਂ ਅਸੀਂ ਹਟ ਗਏ, ਦੁੱਧ ਦੇ ਫਲਾਂ ਦੀ ਸਬਜ਼ੀਆਂ ਦੀ ਮੈਂ ਤੁਹਾਨੂੰ ਗੱਲ ਪਹਿਲਾਂ ਹੀ ਦੱਸੀ ਹੈ। ਇੱਕ ਮੇਰਾ ਛੋਟਾ ਜਿਹਾ ਸਵਾਲ ਵੈਸੇ ਹੀ ਤੁਹਾਡੇ ਜ਼ਰੀਏ ਨਾਲ ਲੋਕਾਂ ਨੂੰ ਪਤਾ ਲੱਗ ਜੂ ਜੀ। ਤਰਬੂਜ ਬੰਦ ਆ, ਖਰਬੂਜਾ ਬੰਦ ਹੈ। ਸਾਨੂੰ ਚੈੱਕ ਕਰਨ ਵਾਲਿਆਂ ਨੇ ਇੱਥੇ ਤੱਕ ਚੈੱਕ ਕਰ ਲਿਆ, ਤਰਬੂਜ ਵਾਲੇ ਕੋਲੇ ਖੜਾ ਬੰਦਾ, PhD ਕੀਤੀ ਹੈ ਬੰਦੇ ਨੇ, ਪੜ੍ਹਿਆ ਲਿਖਿਆ ਬੰਦਾ, ਤੇ ਤਰਬੂਜ ਵਾਲੇ ਨੂੰ ਸਵਾਲ ਕਰ ਰਿਹਾ ਮਿੱਠਾ। ਇੱਥੋਂ ਸਾਡੀ ਮੂਰਖਤਾ ਝਲਕਦੀ ਹੈ ਵੀ ਅਸੀਂ ਕਿੰਨੇ ਕੁ ਮੂਰਖ ਹਾਂ। ਔਰ ਤਰਬੂਜ ਵਾਲਾ ਵੀ ਗਰੰਟੀ ਦੇ ਰਿਹਾ, ਸਰਦਾਰ ਜੀ ਕੱਟ ਕੇ ਦਿਖਾਵਾਂ ਮਿੱਠਾ। ਉਹਨੂੰ ਕਿਵੇਂ ਪਤਾ ਲੱਗ ਗਿਆ ਵੀ ਤਰਬੂਜ ਮਿੱਠਾ? ਕਿਉਂਕਿ ਤੁਸੀਂ ਮਿੱਠੇ ਤੋਂ ਬਿਨਾਂ ਕੌੜਾ ਖਾਣਾ ਬੰਦ ਕਰਤਾ ਤੇ ਉਹਨੇ ਟੀਕਾ ਲਾਉਣਾ ਸ਼ੁਰੂ ਕਰਤਾ ਵੀ ਹਰੇਕ ਨੂੰ ਤਾਂ ਮਿੱਠਾ ਚਾਹੀਦਾ। ਬੰਦ ਤਰਬੂਜ ਤੋਂ ਅਸੀਂ ਕਿਵੇਂ ਕਹਿ ਸਕਦੇ ਵੀ ਮਿੱਠਾ ਨਿਕਲੂਗਾ? ਪਰ ਤਰਬੂਜ ਵਾਲੇ ਨੇ ਵੀ ਕਮਾਲ ਕੀਤੀ ਪਈ ਹੈ, ਕਿਉਂਕਿ ਹਰੇਕ ਬੰਦੇ ਨੂੰ ਸਰਟੀਫਿਕੇਟ ਚਾਹੀਦਾ ਮਿੱਠੇ ਦਾ। ਖਰਬੂਜਾ, ਅਸੀਂ ਇਹ ਕਹੀਏ ਖਰਬੂਜਾ ਦੇ ਦੇ, ਗੱਲ ਖਤਮ। ਖੱਟੇ ਮਿੱਠੇ ਨਾਲ ਸਾਡਾ ਕੀ ਲਿੰਕ? ਮਿੱਠਾ ਨਿਕਲੂਗਾ ਜੀ ਇਹ। ਉਹ ਕਹਿੰਦਾ ਜਿਹਨੂੰ ਹਰੇਕ ਨੂੰ ਮਿੱਠਾ ਚਾਹੀਦਾ ਤੇ ਉਹਨੇ ਤਾਂ ਖਰਬੂਜੇ ਵੇਚਣੇ ਆ ਨਾ। ਫਿਰ ਉਹ ਕਹਿੰਦਾ ਚੱਕੋ ਫਿਰ ਮਿੱਠਾ ਛੱਡ ਕੇ ਤੁਹਾਨੂੰ ਤਾਂ ਚੀਨੀ ਖਵਾ ਮਾਰ ਦੂੰ ਮੈਂ। ਹਰੇਕ ਬੰਦਾ ਤਰਬੂਜ ਮਿੱਠਾ ਵੇਚ ਰਿਹਾ। ਇਹੀ ਕੰਮ ਸਾਡੀ ਸੈਕਸ ਐਜੂਕੇਸ਼ਨ 'ਚ ਹੋ ਗਿਆ। ਅਸੀਂ ਮੂਰਖ ਨਹੀਂ ਹੈਗੇ, ਅਸੀਂ ਮੂਰਖਾਂ ਦੇ ਵੀ ਸਰਦਾਰ ਬਣ ਗਏ ਆ। ਹੁਣ ਸਿਰਫ ਸਰਟੀਫਿਕੇਟ ਦੇਣਾ ਬਾਕੀ ਹੈ। ਅਸੀਂ 20 ਸਾਲ ਦੇ ਮੁੰਡੇ ਨੂੰ ਵਿਆਹਿਆ ਤਾਂ ਇਸੇ ਕਰਕੇ ਸੀ ਨਾ, ਮੈਨੂੰ ਮਰਦ ਨਹੀਂ ਗਾ, ਮਰਦ ਆ ਮੈਂ, ਆਪਣਾ ਬੇਟਾ ਵਿਆਹੁਣਾ ਇਸੇ ਕਰਕੇ ਵਿਆਹੁਣਾ ਨਾ, ਉਹਦੇ ਬੱਚੇ ਹੋਣਗੇ ਤੇ ਮੈਂ ਉਹਦੇ ਨਾਲ ਗੱਲ ਨਹੀਂ ਕਰ ਸਕਦਾ ਇਹ ਕਿ ਪੁੱਤਰ ਤੂੰ ਸੈਕਸ ਦੇ ਲਾਇਕ ਹੈਗਾ, ਤੂੰ ਗ੍ਰਸਤ ਕਰਨ ਦੇ ਲਾਇਕ ਹੈਗਾ। ਪਰ ਸਾਡੇ ਤਾਂ ਹਾਲ ਇਹ ਆ ਵੀ ਜੇ ਬਾਪੂ ਜੀ ਘਰੇ ਵੜ ਜਾਣ ਤੇ ਮੁੰਡੇ ਦੇ ਸਾਹ ਸੁੱਕ ਜਾਂਦੇ ਆ। ਬਾਪੂ ਨਾਲ ਮੁੰਡਾ ਨਹੀਂ ਗੱਲ ਕਰ ਸਕਦਾ। ਤੇ ਜਿੱਦੇ ਧੀਆਂ ਭੈਣਾਂ ਸਮਾਨ ਚੱਕ ਕੇ ਲਿਜਾਂਦੀਆਂ ਨੇ, ਜਿੱਦੇ ਉੱਤੇ ਕਲੰਕ ਲੱਗਦਾ ਵੀ ਇਹ ਨਮਰਦ ਸੀਗਾ, ਜਿੱਦੇ ਉਹਦੀ ਚੱਕਿਆ ਹੋਇਆ ਸਮਾਨ ਉਹ ਖੁਦ ਕਲੰਕਿਤ ਤਾਂ ਹੋਇਆ ਹੀ ਹੋਇਆ, ਇੱਕ ਕਿਸੇ ਦੀ ਕੁੜੀ ਨੂੰ ਵੀ ਕਲੰਕਿਤ ਕਰਤਾ ਉਹਨੇ। ਉਹਦੇ 'ਚ ਦੋਸ਼ੀ ਕੌਣ ਹੈ ਜੀ? ਸਾਡਾ ਸਾਰਾ ਸਮਾਜ ਹੈ। ਸਾਰਾ ਸਮਾਜ ਹੈ। ਸੋ ਇਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਬਹੁਤ ਵੱਡੇ ਲੈਵਲ ਤੇ ਐਜੂਕੇਸ਼ਨ ਦੇਣੀ ਪੈਣੀ ਹੈ। ਸਾਡੇ ਬੱਚਿਆਂ ਨੂੰ ਇੱਕ ਜਾਣਕਾਰੀ ਦੇਣੀ ਪੈਣੀ ਹੈ। ਅੱਜ ਹੱਥ ਰੱਸੀ ਦੀ ਐਡ ਚੱਲ ਰਹੀ ਹੈ, ਹਸਤ ਮੈਥੁਨ ਦੀ ਐਡ ਚੱਲ ਰਹੀ ਹੈ, ਅੱਜ ਸਿਮਨ ਐਗਜ਼ਾਮੀਨੇਸ਼ਨ ਦੀ ਐਡ ਚੱਲ ਰਹੀ ਹੈ, ਮਰਦਾਨਾ ਤਾਕਤ ਦੀਆਂ ਐਡਾਂ ਚੱਲ ਰਹੀਆਂ ਨੇ। ਤਾਂ ਕੀ ਸੈਕਸ ਐਜੂਕੇਸ਼ਨ ਦੀ ਐਡ ਨਹੀਂ ਚੱਲਣੀ ਚਾਹੀਦੀ? ਔਰ ਇਸ ਗੱਲ ਦੇ ਵਿੱਚ ਅਸੀਂ ਕੀ ਮਾੜਾ ਕਰ ਰਹੇ ਹਾਂ? ਤੇ ਜੇ ਅਸੀਂ ਮਾੜਾ ਕਰ ਰਹੇ ਹਾਂ ਤੇ ਫਿਰ ਪ੍ਰਮਾਤਮਾ ਨੇ ਕਿਰਿਆ ਹੀ ਨਹੀਂ ਬਣਾਉਣੀ ਚਾਹੀਦੀ ਸੀਗੀ ਜੀ। ਕਿਉਂਕਿ ਅਸੀਂ ਹੋ ਬਹੁਤੇ ਸਿਆਣੇ ਗਏ ਪਰ ਸਮਝ ਸਾਨੂੰ ਕਿਸੇ ਗੱਲ ਦੀ ਨਹੀਂ ਜੀ। ਔਰ ਇਹ ਵੀ ਸਾਡੇ ਉੱਤੇ ਬਹੁਤ ਵੱਡੀ ਇੱਕ ਚਪੇੜ ਹੈ ਜੀ। ਤੇ ਫਿਰ ਆਪਾਂ ਇਹਨਾਂ ਦੇ ਹੱਲ ਵੱਲ ਨੂੰ ਤੁਰੀਏ। ਹੱਲ ਕੀ ਨੇ ਜੀ? ਬਹੁਤ ਸਾਰੇ ਹੱਲ ਆ ਜੀ। 90% ਲੋਕਾਂ ਦੇ ਹੱਲ ਆ ਕਿ ਜਦੋਂ ਆਪਣਾ ਬਲ ਸੰਭਾਲਣ ਲੱਗੇ, ਭਲਵਾਨ ਬਣ ਤਾਂ ਗਏ ਪਰ ਭਲਵਾਨ ਬਣ ਕੇ ਬੱਚਾ ਨਹੀਂ ਪੈਦਾ ਹੋ ਰਿਹਾ। ਕਬੱਡੀ ਦਾ ਖੇਡ ਰਹੇ ਆ, ਘੋਲ ਵੀ ਕਰ ਰਹੇ ਆ ਤੇ ਲਾ ਅਸੀਂ ਟੀਕੇ ਰਹੇ ਆ, ਗਲਤ ਰਸਤਾ। ਸਾਨੂੰ ਜਦੋਂ ਤੱਕ ਇਹ ਗੱਲ ਸਮਝ ਨਹੀਂ ਆਊ, ਕੁਦਰਤੀ ਬਹੁਤ ਸਾਰੀਆਂ ਚੀਜ਼ਾਂ ਨੇ, ਸਫੈਦ ਮੂਸਲੀ ਹੈ, ਸਾਲਮ ਪੰਜਾ ਹੈ, ਸਾਲਮ ਮਿਸ਼ਰੀ ਹੈ, ਤਗਰ ਆ, ਤਾਲ ਮਖਾਨਾ, ਬੀਜੂ ਟੰਕਣ, ਲਾਜਵੰਤੀ ਹੈ। ਔਰ ਹੁਣ ਤਾਂ ਬਾਹਰਲਿਆਂ ਨੇ ਬਹੁਤ ਜੜੀਆਂ ਬੂਟੀਆਂ ਆ ਗਈਆਂ, ਰੈਸਬੇਰੀ ਹੈ, ਕੋਜ਼ੀਬੇਰੀ ਹੈ, ਯਾਸਾ ਗੁੰਬਾ, ਟੋਂਕਾ ਟਲੀ ਹੈ, ਯੋਹਾਂਬਾ ਗਾ, ਗੌਟਵੀਟ ਹੌਰਨੀ ਹੈ, ਹੌਰਸ ਚਸਟ ਨਟਸ ਨੇ। ਇਹੋ ਜਿਹੇ ਨਟਸ ਸਾਡੇ ਕੋਲ ਹੈਗੇ ਆ ਜਿਹੜੇ ਨਟਸ ਲੈ ਕੇ ਬੰਦਾ 99% ਤੱਕ ਠੀਕ ਹੋ ਜਾਂਦਾ। ਤੇ ਡਾਕਟਰ ਸਾਹਿਬ ਤੁਹਾਨੂੰ ਮਿਲਣਾ ਹੋਵੇ ਤੁਹਾਡਾ ਕਿੱਥੇ ਹੈਗਾ ਕਲੀਨਿਕ, ਕਿੱਥੇ ਹੈ ਜੇ ਤੁਹਾਨੂੰ ਮਿਲਣਾ? ਮੈਂ ਲੁਧਿਆਣੇ ਤਾਂ ਗਿੱਲਾਂ ਵਾਲੀ ਨਹਿਰ ਤੇ ਹੈ ਜੀ। ਤੇ ਹੁਣ ਤਾਂ ਵੀ ਇਹ ਸਾਰੇ ਸਿਸਟਮ ਚੋਂ ਨਿਕਲ ਕੇ ਆਪਣੇ ਆਪ ਨੂੰ, ਅਗਰ ਤੁਸੀਂ ਸਵਰਗ ਨੂੰ ਜਾਣਾ ਹੈ ਤੇ ਤੁਹਾਨੂੰ ਆਪ ਮਰਨਾ ਪੈਣਾ ਹੈ ਜੀ। ਤੇ ਹੁਣ ਤਾਂ ਮੈਂ ਪੁੱਛੋ ਦੇ ਕੋਲੇ ਡੇਰਾ ਬਣਾ ਲਿਆਗਾ ਜੀ, ਜਿੱਥੇ ਸਪੈਸ਼ਲ ਇਹ ਐਜੂਕੇਸ਼ਨ ਅਸੀਂ ਦੇ ਰਹੇ ਹਾਂ। ਲੋਕਾਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਕਿਵੇਂ ਕੱਢਿਆ ਜਾਵੇ, ਲੋਕਾਂ ਨੂੰ ਸੈਕਸ ਐਜੂਕੇਸ਼ਨ ਕਿਵੇਂ ਦਿੱਤੀ ਜਾਵੇ, ਲੋਕਾਂ ਦੇ ਧੀਆਂ ਭੈਣਾਂ ਨੂੰ ਗ੍ਰਸਤੀ ਜ਼ਿੰਦਗੀ ਜਿਉਣ ਨੂੰ ਕਿਹੜੀਆਂ ਕਲਾਸਾਂ ਲਾਉਣੀਆਂ ਜ਼ਰੂਰੀ ਹੈ। ਜੇ ਅਸੀਂ ਕਹਿੰਦੇ ਸਾਡੇ ਬੱਚੇ ਨੂੰ ਕਿਤਾਬਾਂ ਪੜ੍ਹਨੀਆਂ ਜ਼ਰੂਰੀ ਹੈ, ਸਕੂਲ ਜਾਣਾ ਜ਼ਰੂਰੀ ਹੈ, ਕੰਪਿਊਟਰ ਕਲਾਸਾਂ ਲੱਗਣੀਆਂ ਜ਼ਰੂਰੀ ਹੈ, ਸਮਾਰਟ ਕਲਾਸਾਂ ਲੱਗਣੀਆਂ ਜ਼ਰੂਰੀ ਹੈ, ਕੱਪੜੇ ਪਾਉਣ ਦੀ ਸਾਰੀ ਗੱਲ ਆਉਣੀ ਚਾਹੀਦੀ ਹੈ, ਫੈਸ਼ਨ ਡਿਜ਼ਾਈਨਿੰਗ ਜ਼ਰੂਰੀ ਹੈ, ਸਾਰੀਆਂ ਚੀਜ਼ਾਂ ਜ਼ਰੂਰੀ ਹੈ। ਤੇ ਬੰਦਾ ਮਰਦ ਕਾਹਦੇ ਨਾਲ ਕਹਾਊਗਾ
ਕੱਪੜੇ ਪਾਉਣ ਨੂੰ। ਇੱਕ ਬੰਦੇ ਕੋਲੇ ਸਾਰੇ ਦੁਨੀਆ ਦੇ ਸਾਧਨ ਹੈਗੇ ਆ, ਪਰ ਉਹ ਆਪਣੀ ਔਰਤ ਦੇ ਕੋਲੇ ਜਾਣ ਜੋਗਾ ਨਹੀਂ ਹੈਗਾ। ਕੀ ਉਹ ਜਾਣ ਜੋਗਾ ਰਿਹਾ? ਇਸ ਕਰਕੇ ਸਾਨੂੰ ਇਹ ਐਜੂਕੇਸ਼ਨ ਸਭ ਤੋਂ ਪਹਿਲਾਂ ਦੇਣੀ ਪੈਣੀ ਹੈ ਸਾਡੇ ਬੱਚਿਆਂ ਨੂੰ। ਜਦੋਂ ਤੱਕ ਅਸੀਂ ਇਹ ਐਜੂਕੇਸ਼ਨ ਨਹੀਂ ਦੇਵਾਂਗੇ, ਉਦੋਂ ਤੱਕ ਚਾਹੇ ਸੁੱਖ ਸਾਧਨ, ਘਰ ਵੱਡੇ ਤਾਂ ਦਿਖਾ ਸਕਦੇ ਹੋ, ਗੱਡੀਆਂ ਵੱਡੀਆਂ ਲੈ ਸਕਦੇ ਹੋ, ਪੈਸਾ ਦਿਖਾ ਸਕਦੇ ਹੋ, ਆਪਣੇ ਰਸੂਖ ਕਰਕੇ ਆਪਣੇ ਬੱਚੇ ਵਿਆਹ ਸਕਦੇ ਹੋ, ਪਰ ਜੇ ਬੱਚਾ ਤੁਹਾਡਾ ਗ੍ਰਸਤੀ ਦੇ ਲਾਇਕ ਨਾ ਹੋਇਆ ਤੇ ਕਿਸੇ ਦੀ ਧੀ ਭੈਣ ਦੇ ਨਾਲ ਹੋ ਰਹਿਣ ਜੋਗਾ ਨਹੀਂ ਰਹਿਣਾ। ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ, ਸਾਰੀ ਗੱਲਬਾਤ ਦੇ ਲਈ ਬੜੀ ਡੀਪਲੀ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਖੁੱਲੇ ਦਿਮਾਗਾਂ ਦੇ ਨਾਲ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਲੋਕ ਸੁਣਨਗੇ, ਔਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹਕੀਕਤ ਟੀਵੀ ਪੰਜਾਬੀ ਨੂੰ, ਇਸ ਲਈ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ, ਤੁਸੀਂ ਇਸ ਯੋਗ ਸਮਝਿਆ। ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਗੱਲ ਲੋਕਾਂ ਨੂੰ ਜ਼ਰੂਰ ਕਹਿਣੀ ਚਾਹੁੰਦਾ ਜੀ ਕਿ ਦੋਸਤੋ, ਇੱਕ ਗੱਲ ਮੇਰੀ ਲੜ ਬੰਨ ਲਿਓ, ਮੈਂ ਤਾਂ ਬੜਾ ਛੋਟਾ ਜਿਹਾ ਬੰਦਾ, ਕਈ ਜਿਉਂਦੇ ਮਰਿਆਂ ਵਰਗੇ ਆ, ਕਈ ਮਰ ਕੇ ਜਿਉਣਾ ਚਾਹੁੰਦੇ ਆ। ਜੇ ਵਾਕਈ ਤੁਸੀਂ ਦੁਨੀਆ ਤੇ ਮਰ ਕੇ ਜਿਉਣਾ ਚਾਹੁੰਦੇ ਹੋ ਨਾ, ਤਾਂ ਕੁਰਬਾਨੀ ਕਰਨੀ ਪੈਣੀ ਹੈ। ਸੋ ਇਸ ਕਰਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸ਼ੁਕਰੀਆ ਜੀ। ਸੋ ਇਹ ਸਨ ਵੈਦ ਜਗਦੀਪ ਜੀ, ਜਿਨ੍ਹਾਂ ਨੇ ਬੜੇ ਹੀ ਖੁੱਲੇ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਕੀਤਾ ਹੈ, ਔਰ ਨਾਲ ਹੀ ਬਹੁਤ ਸਾਰੀਆਂ ਸਮੱਸਿਆਵਾਂ, ਟੈਸਟ ਟਿਊਬ ਬੇਬੀ ਦੇ ਜਿਹੜੇ ਨੁਕਸਾਨ ਨੇ ਜਾਂ ਇਹ ਵਰਤਾਰਾ ਕਿਉਂ ਵੱਧ ਰਿਹਾ ਹੈ, ਉਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਔਰ ਉਸ ਦਾ ਇਲਾਜ ਆਯੁਰਵੈਦ ਦੇ ਵਿੱਚ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ, ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਔਰ ਉਮੀਦ ਕਰਦੇ ਹਾਂ ਕਿ ਇਹ ਗੱਲਾਂ ਤੁਹਾਨੂੰ ਕਾਫੀ ਪਸੰਦ ਆਈਆਂ ਹੋਣਗੀਆਂ। ਜੇਕਰ ਇਸ ਗੱਲਬਾਤ ਦੇ ਵਿੱਚ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਹਾਡਾ ਕੋਈ ਸਵਾਲ ਹੈ, ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਉਸ ਦਾ ਜਵਾਬ ਜਿਹੜਾ ਜਗਦੀਪ ਹੋਰਾਂ ਤੋਂ ਲੈ ਕੇ ਤੁਹਾਡੇ ਸਵਾਲਾਂ ਦੀ ਜਿਹੜੀ ਜਗਿਆਸ ਹੈ ਉਸ ਨੂੰ ਸ਼ਾਂਤ ਕਰ ਸਕੀਏ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।